ਯੂਥ ਨੂੰ ਹੀ ਮੈਸੇਜ ਦੇਣਾ ਚਾਹੂੰਗੀ ਮੈਂ, ਬਿਕੋਜ਼ ਮੈਨੂੰ ਲੱਗਦਾ ਕਿ ਯੂਥ ਬੜਾ ਇੰਪੇਸ਼ੈਂਟ ਹੋ ਗਿਆ ਹੈਗਾ ਅੱਜ ਕੱਲ੍ਹ ਦਾ ਜੋ ਹੈਗਾ, ਔਰ ਸੋਸ਼ਲ ਮੀਡੀਆ ਤੇ ਬਹੁਤ ਰਿਲਾਈ ਕਰਦਾ ਹੈਗਾ। ਸੋ ਬਹੁਤ ਸਾਰੇ ਅੱਛੇ ਐਗਜ਼ਾਮਪਲਸ ਵੀ ਹੈਗੇ ਆਪਣੇ ਕੋਲ, ਬਟ ਕਿਤੇ ਨਾ ਕਿਤੇ ਬਹੁਤ ਸਾਰਾ ਯੂਥ ਮੈਂ ਦੇਖਦੀ ਹੈ ਕਿ ਦੇ ਰਿਲਾਈ ਔਨ ਸੋਸ਼ਲ ਮੀਡੀਆ, ਔਰ ਇੱਕ ਅੱਜ ਕੱਲ੍ਹ ਟ੍ਰੈਂਡ ਚੱਲਦਾ ਹੈਗਾ ਕਿ ਜਿੰਨੇ ਥੋੜੇ ਲਾਈਕਸ ਹੈ ਜਾਂ ਫੋਲੋਅਰਸ ਹੈ, ਔਰ ਮੈਂ ਕਹੂੰਗੀ ਕਿ ਇਸ ਨੂੰ ਤੁਸੀਂ ਪਲੀਜ਼ ਸਕਸੈਸ ਦਾ ਮੈਜਰ ਨਾ ਲਓ। ਦਿਸ ਇਜ਼ ਨਾਟ ਸਕਸੈਸ, ਇੱਕ ਬੜਾ ਫੇਕ ਜਿਹਾ ਵਰਡ ਹੈਗਾ। ਔਰ ਆਈ ਥਿੰਕ ਸਕਸੈਸ ਇਹ ਹੁੰਦਾ ਕਿ ਮੈਂ ਪਹਿਲਾਂ ਵੀ ਕਿਸੇ ਨਾਲ ਗੱਲ ਕਰ ਰਹੀ ਸੀ ਕਿ ਇਫ ਯੂ ਆਰ ਔਨ ਨੰਬਰ 1, ਅੱਜ ਤੁਸੀਂ ਸਕਸੈਸਫੁਲ ਹੋ, ਪੀਪਲ ਆਰ ਬਿਹਾਈਂਡ ਯੂ, ਪਰ ਸਕਸੈਸ ਹੋਇਆ ਵੀ ਜਦੋਂ ਤੁਸੀਂ ਨੰਬਰ 10 ਤੇ ਵੀ ਹੋ ਨਾ, ਤੁਸੀਂ ਰੇਸ ਤੋਂ ਬਾਹਰ ਵੀ ਹੋ ਗਏ ਹੋ, ਉਦੋਂ ਵੀ ਲੋਕ ਤੁਹਾਡੀ ਉਨੀ ਹੀ ਰਿਸਪੈਕਟ, ਉਨੀ ਹੀ ਵੈਲਿਊ ਕਰਦੇ ਆ, ਔਰ ਉਨਾ ਹੀ ਤੁਹਾਨੂੰ ਫੋਲੋ ਕਰਦੇ ਆ। ਦੈਟ ਇਜ਼ ਰੀਅਲ ਸਕਸੈਸ। ਐਂਡ ਆਈ ਥਿੰਕ ਆਪਣੇ ਗੋਲਸ ਤੇ ਯਕੀਨ ਕਰੋ, ਇੱਕ ਪਲਾਨ ਸੈੱਟ ਕਰੋ, ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ ਕਰਨਾ ਕੀ ਹੈ, ਕਿਉਂਕਿ ਯੂਥ ਬੜਾ ਡਿਸਟਰੈਕਸ਼ਨਸ ਬਹੁਤ ਜ਼ਿਆਦਾ ਅੱਜ ਕੱਲ੍ਹ ਆਪਾਂ ਨੂੰ, ਜਿੱਥੇ ਆਪਣੀ ਟੈਕਨੋਲੋਜੀ ਨੇ ਆਪਾਂ ਨੂੰ ਹੈਲਪ ਕੀਤਾ, ਕਿਤੇ ਨਾ ਕਿਤੇ ਉਹਦੇ ਪੋਜ਼ਿਟਿਵ ਤੇ ਨੈਗੇਟਿਵ ਐਸਪੈਕਟਸ ਹੋਣੇ ਹੈ। ਸੋ ਆਈ ਥਿੰਕ ਪੋਜ਼ਿਟਿਵ ਨੂੰ ਲੈ ਕੇ ਜ਼ਿਆਦਾ ਚੱਲਣਾ ਚਾਹੀਦਾ ਹੈ, ਔਰ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ ਕਿ ਲਾਈਫ 'ਚ ਕਰਨਾ ਕੀ ਹੈ, ਚਾਹੇ ਉਹ ਇੱਕ ਹੀ ਗੋਲ ਤੇ ਚੱਲਣਾ ਹੈ ਜਾਂ ਤੁਸੀਂ ਆਪਣੇ ਲਈ ਆਪਸ਼ਨਸ ਖੁੱਲੀਆਂ ਰੱਖਣੀਆਂ, ਕਿਉਂਕਿ ਇਫ ਨਾਟ ਦਿਸ ਤਾਂ ਇਹ ਨਾ ਚੂਜ਼ ਕਰ ਸਕਦੇ, ਬਟ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ। ਔਰ ਬਾਕੀ ਆਪਣੇ ਗੋਲਸ ਤੇ ਵਿਸ਼ਵਾਸ ਕਰੋ, ਯਕੀਨ ਰੱਖੋ, ਨੈਵਰ ਗਿਵ ਅਪ ਨਹੀਂ ਕਰਨਾ ਚਾਹੀਦਾ। ਮੈਂ ਬਹੁਤ ਵਾਰ ਦੇਖਿਆ ਕਿ ਕੁਝ ਲੋਕ ਮੈਨੂੰ ਆ ਕੇ ਪੁੱਛਦੇ ਵੀ ਜੇ ਆਪਣੇ ਬੱਚੇ ਨੂੰ ਸਪੋਰਟਸ ਖਿਲਾਉਣੀ ਹੈ ਤਾਂ ਇਹਦਾ ਫਿਊਚਰ ਕੀ ਹੈਗਾ। ਸੋ ਅਗਰ ਆਪਾਂ ਇਹ ਸੋਚ ਕੇ ਸਪੋਰਟਸ ਕਰਾਂਗੇ ਤਾਂ ਤੁਸੀਂ ਵੀ ਬਿਜ਼ਨਸ ਕਰਦੇ ਹੋ, ਸੋ ਯੂ ਕੈਨੋਟ ਸੇ ਕਿ ਮੈਂ ਇਹਦਾ ਫਿਊਚਰ ਕੀ ਹੋਗਾ, ਪ੍ਰੋਫਿਟ ਵੀ ਹੋ ਸਕਦਾ ਹੈ, ਲਾਸ ਵੀ ਹੋ ਸਕਦਾ ਹੈ। ਸਿਮਿਲਰ ਇਜ਼ ਦ ਕੇਸ ਵਿਦ ਸਪੋਰਟ, ਤੁਸੀਂ ਹਾਰੋਗੇ ਜ਼ਿਆਦਾ, ਫਿਰ ਹੀ ਜਿੱਤੋਗੇ ਤੁਸੀਂ। I think what I'll just repeat what I just said earlier, do unto others as you would have them do unto you। ਇੱਕ thumb rule ਦੀ ਆਪਾਂ ਰੱਖੀਏ ਵੀ ਮੈਂ ਇਹੋ ਜਿਹੀ ਕੋਈ ਗੱਲ ਕਿਸੇ ਨਾਲ ਨਹੀਂ ਕਰਨੀ ਜਿਹੜੀ ਕਿ ਜੇ ਕੋਈ ਹੋਰ ਮੇਰੇ ਨਾਲ ਕਰੇ ਤਾਂ ਮੈਨੂੰ ਪਸੰਦ ਨਹੀਂ। ਜੇ ਇਹ ਇੱਕ thumb rule ਅਸੀਂ ਆਪਣੀ ਜ਼ਿੰਦਗੀ 'ਚ ਕਰ ਲਈਏ ਤਾਂ I don't think we will do। मेरा सबसे बस एक ही मैसेज है, मैं सबको ये कहती हूँ जनरली कि दुनिया को मत बताने दो कि तुम कौन, कोई और नहीं डिफाइन करेगा कि तुम्हें क्या बनना चाहिए, तुम क्या सोचो, क्या करो। ये सिर्फ तुम अपने आप को जानते हो, तुम अपनी जिंदगी जी रहे हो, और तुम अपने एक्सपीरियंसेस तुम्हारे जिंदगी में सहा है, जिंदगी में देखा है, वो सिर्फ तुमने देखा है। तो तुमसे अच्छा तुम्हें कोई नहीं जानता, तो कोई और नहीं तुम्हें बता सकता कि तुम क्या करो और तुम्हें क्या होना चाहिए। तो प्लीज़ अपने लिए प्लान्स बनाओ, अपने आइडियाज़ के हिसाब से बनाओ, अपने टेस्ट के हिसाब से बनाओ, अपने इंटरेस्ट के हिसाब से बनाओ। तो जो कर सकते हो अपने बारे में अच्छा ढूंढो, अच्छा सोचो, एंड दुनिया वही देखती है जो तुम दिखाओगे। तुम गलत दिखाओगे अपने बारे में तो गलत देखेगी दुनिया, तुम अपने बारे में अच्छा दिखाओगे तो अच्छा देखेगी। तो बिलीव इन योर सेल्फ, मेक योर ओन प्लान्स, don't let the world tell you who to be. You're the only person who knows you, you're the only person who lives your life, so you're the only person who's responsible for you. So what is your message to the audience? Keep yourself fit, ਆਪਣੇ ਆਪ ਨੂੰ ਤੰਦਰੁਸਤ ਰੱਖੋ, ਕਿਉਂਕਿ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ। ਹੈਲਦੀ ਬੋਡੀ ਨਹੀਂ ਹੋਊਗੀ ਤਾਂ ਮਾਈਂਡ ਹੈਲਦੀ ਨਹੀਂ ਹੋ ਸਕਦਾ। ਸੋ ਹੈਲਦੀ ਮਾਈਂਡ ਸਟੇਜ਼ ਇਨ ਹੈਲਦੀ ਬੋਡੀ। ਜਦ ਤੱਕ ਫਿਟ ਰਹੋ, ਉਹਦੇ ਵਾਸਤੇ ਤੁਹਾਨੂੰ ਐਕਸਰਸਾਈਜ਼ਸ ਕਰਨੀਆਂ ਪੈਣੀਆਂ, ਐਫਰਟਸ ਕਰਨੇ ਪੈਣੇ ਨੇ। ਆਪਣੀ ਲਾਈਫ ਗੈਜਟ ਬੇਸਡ ਹੋ ਗਈ ਅੱਜ ਕੱਲ੍ਹ ਬਹੁਤ ਜ਼ਿਆਦਾ, ਉਹਨੂੰ ਮੋਡੀਫਾਈ ਕਰਨਾ ਹੀ ਪੈਣਾ, ਨਹੀਂ ਤਾਂ ਅਸੀਂ ਵੀ ਉਹੀ ਪੂਰੇ ਡੱਡੂ ਬਣ ਕੇ ਰਹਿ ਜਾਵਾਂਗੇ। ਸਭ ਕੁਝ ਗੂਗਲ ਤੇ, ਸਭ ਕੁਝ ਮੋਬਾਈਲ ਤੇ ਹੋ ਰਿਹਾ। ਯੂ ਹੈਵ ਟੂ ਕਮ ਆਊਟ ਆਫ ਦੈਟ, ਤਾਂ ਹੀ ਆਪਣੀਆਂ ਹੈਲਥ ਪ੍ਰੋਬਲਮਸ ਘੱਟ ਜਾਣਗੀਆਂ। ਉਹ ਬਹੁਤ ਜ਼ਰੂਰੀ ਹੈ। ਐਂਡ ਸੈਕਿੰਡ ਪਾਰਟ ਇਜ਼ ਹੈਲਥ ਇੰਸ਼ੋਰੈਂਸ। ਇੰਡੀਆ ਇਹਦੇ 'ਚ ਹਜੇ ਵੀ ਲੈਕ ਕਰ ਰਿਹਾ। ਆਪਣੇ ਕੋਲ ਹੈਲਥ ਇੰਸ਼ੋਰੈਂਸਿਸ ਨਹੀਂ ਹੈਗੀਆਂ, ਭਾਵੇਂ ਪ੍ਰਾਈਵੇਟ ਜਾਂ ਸਰਕਾਰੀ ਵਾਟਐਵਰ, ਉਹ ਨਹੀਂ ਹੈਗੀਆਂ। ਐਂਡ ਇਹੀ ਆਪਣਾ ਇੱਕ ਫਰਕ ਹੈ ਇੰਡੀਅਨ ਹੈਲਥ ਸਿਸਟਮ ਤੇ ਅਬਰੋਡ, ਜਿਹੜਾ ਕੋਈ ਵੀ ਵੈਸਟਰਨ ਕੰਟਰੀ 'ਚ ਹੈਲਥ ਸਿਸਟਮ ਹੈ। ਉੱਥੇ ਸਾਰਿਆਂ ਕੋਲ ਇੰਸ਼ੋਰੈਂਸਿਸ ਹੁੰਦੀਆਂ, ਆਪਣੇ ਹੈਲਥ ਦੇ ਪ੍ਰਤੀ ਕੋਈ ਵੀ ਇੰਨਾ ਡਿਲੇ ਨਹੀਂ ਕਰਦਾ, ਕੁਛ ਨਹੀਂ ਕਰਦਾ। ਇੰਡੀਆ ਦੇ ਵਿੱਚ ਇੱਕ ਹੈਲਥ ਇੰਸ਼ੋਰੈਂਸ ਆਪਣੀ ਜ਼ਰੂਰ ਕਰਾਓ। ਬਹੁਤ ਥੋੜੇ ਜਿਹੇ ਪੈਸੇ ਹੁੰਦੇ ਨੇ ਜਿਹੜੇ ਤੁਸੀਂ 1 ਸਾਲ 'ਚ ਦੇਣੇ ਹੁੰਦੇ ਨੇ, ਤੇ ਤੁਹਾਨੂੰ ਕਾਫੀ ਲੱਖਾਂ ਦਾ ਕਵਰੇਜ ਮਿਲ ਜਾਂਦਾ, ਕਿਉਂਕਿ ਮੈਡੀਕਲ ਟ੍ਰੀਟਮੈਂਟ ਬਹੁਤ ਐਕਸਪੈਂਸਿਵ ਹੋ ਰਿਹਾ। ਕਿਸੇ ਵਾਸਤੇ ਵੀ ਖੜੇ ਪੈਰ ਪੈਸੇ ਕੱਢਣੇ ਬਹੁਤ ਔਖੇ ਨੇ। ਕੋਈ ਵੈਲ ਟੂ ਡੂ ਵੀ ਹੋਵੇ, ਉਹਦੇ ਵਾਸਤੇ ਵੀ ਇੱਕਦਮ ਲੱਖਾਂ 'ਚ ਪੈਸੇ ਦੇਣੇ ਔਖੇ ਹੋ ਜਾਂਦੇ ਨੇ। ਸੋ ਆਪਣੀ ਹੈਲਥ ਇੰਸ਼ੋਰੈਂਸ ਜ਼ਰੂਰ ਕਰਾਓ, ਆਪਣੀ ਕਰਾਓ, ਆਪਣੇ ਘਰਦਿਆਂ ਦੀ ਕਰਾਓ, ਕਿਉਂਕਿ ਸਾਰਿਆਂ ਨੂੰ ਐਟ ਅ ਟਾਈਮ ਕਦੇ ਨਾ ਕਦੇ ਲੋੜ ਪੈਣੀ ਹੈ। ਤੇ ਆਪਣੀ ਹੈਲਥ ਇੰਸ਼ੋਰੈਂਸ ਹੋਊਗੀ, ਆਪਣਾ ਥੋੜੇ ਪੈਸੇ ਪੱਖੋਂ ਆਪਾਂ ਨਾਰਮਲ ਹੋ ਜਾਵਾਂਗੇ। ਦੈਨ ਯੂ ਹੈਵ ਟੂ ਚੂਜ਼ ਅ ਰਾਈਟ ਪਰਸਨ ਜਿਹਦੇ ਕੋਲ ਤੁਸੀਂ ਜਾਣਾ। ਮਤਲਬ ਯੂ ਹੈਵ ਟੂ ਚੂਜ਼। ਅੱਜ ਕੱਲ੍ਹ ਨਵਾਂ ਫੇਸਬੁੱਕ, ਗੂਗਲ ਸਭ ਜਗ੍ਹਾ 'ਤੇ ਅਵੇਲੇਬਲ ਹੈ, ਤੁਸੀਂ ਸਰਚ ਕਰ ਸਕਦੇ ਹੋ ਕਿਹੜਾ ਰਾਈਟ ਬੰਦਾ ਹੈ, ਯਾਰ ਜਿਹਦੇ ਨਾਲ ਤੁਹਾਡੀ ਰੈਪੋ ਮਿਲਦੀ ਹੈ, ਫ੍ਰੀਕੁਐਂਸੀ ਮਿਲਦੀ ਹੈ, ਐਂਡ ਯੂ ਵਿਲ ਬੀ ਰਾਈਟ ਪਰਸਨ ਫॉर योर ਪੀਪਲ। I just want to say that ਤੁਸੀਂ ਜੋ ਵੀ ਚੀਜ਼ ਕਰ ਰਹੇ ਹੋ ਉਹਦੇ ਵਿੱਚ ਪੈਸ਼ਨੇਟ ਹੋਣਾ ਬਹੁਤ ਜ਼ਰੂਰੀ ਹੈ। To put in that amount of hard work, passion and love into what you do is very important. And when you do it, ਉਹ ਦਿਸਦਾ ਹੈ, ਤੁਹਾਡੀ body language ਤੋਂ ਦਿਸਦਾ ਹੈ, ਤੁਹਾਡੇ face ਤੋਂ reflect ਕਰਦਾ ਹੈ, ਤੁਹਾਡੀਆਂ ਗੱਲਾਂ ਤੋਂ reflect ਕਰਦਾ ਹੈ, and all these things they attract that thing closer to you. This is what I believe in. So nothing is impossible. I actually turned out COVID into a beautiful opportunity for me. ਜਦ ਕਿ ਸਾਰੀ ਦੁਨੀਆ ਰੁਕੀ ਪਈ ਸੀ, ਐਂਡ ਇਟਸ ਨਾਟ ਜਸਟ ਮੀ, ਬਹੁਤ ਸਾਰੇ ਹੋਰ ਲੋਕਾਂ ਨੇ ਕੋਵਿਡ ਨੂੰ ਇਸ ਤਰ੍ਹਾਂ ਯੂਜ਼ ਕੀਤਾ ਹੈ। ਸੋ
no situation is bad, no time is gone. Even if you decide that today I want to do it, it will be done. Just you have to decide it. So decide for yourself and put your passion and soul and love into it, and it will definitely happen. That is what I think. ਇੱਕ ਤਾਂ ਤੁਹਾਡੀ ਜਿਹੜੀ ਹੈ ਡੈਡੀਕੇਸ਼ਨ ਕਹਿੰਦੇ ਆਪਾਂ ਉਹ ਚਾਹੀਦੀ ਹਰ ਕੰਮ ਲਈ, ਜਿੱਥੇ ਵੀ ਤੁਸੀਂ ਇਹ ਮੈਂ ਕਹਿੰਦਾ ਸਪੋਰਟਸ ਹੀ ਹੈ, ਜਿੱਥੇ ਵੀ ਤੁਸੀਂ ਵਰਕ ਕਰ ਰਹੇ ਹੋ ਉਹਦੇ ਪੂਰੀ ਡੈਡੀਕੇਸ਼ਨ ਚਾਹੀਦੀ ਹੈ। ਇੱਕ ਕੰਮ ਹੁੰਦਾ ਮੈਂ ਜੌਬ ਕਰ ਰਿਹਾ ਜੀ, ਮੈਂ ਬੱਦੋਗਿਰੀ ਕਰ ਰਿਹਾ ਨਾ, ਉਹਨੂੰ ਬੱਦੋ ਇਹਦਾ ਸ਼ੌਂਕ ਨਾ ਕਰੋ, ਉਹ ਵਧੀਆ ਹੋਏਗੀ। ਦੂਸਰਾ ਇਹ ਸੋਚੋ ਵੀ ਅਸੀਂ ਜੇ ਸਮਾਜ 'ਚ ਰਹਿੰਦੇ ਅਸੀਂ ਉਹਨੂੰ ਕੰਟਰੀਬਿਊਟ ਵੀ ਕਰਨਾ ਹੈ, ਅਸੀਂ ਉਹਦੇ ਨਾਲ ਲੈ ਕੇ ਇਕੱਲੇ ਨਹੀਂ ਚੱਲ ਸਕਦੇ, ਉਹਨਾਂ ਨਾਲ ਲੈ ਕੇ ਚੱਲਣਾ। ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਸਾਰੇ ਇਕੱਠੇ ਰਹੋ ਕੇ ਚੱਲਣਾ। ਉਹ ਸਪੋਰਟਸ ਕਰਾਓ। ਸਪੋਰਟਸ ਦੇ ਨਾਲ ਇਹ ਆ ਵੀ ਸਾਡਾ ਜਿਹੜਾ ਬੱਚਾ ਆ ਉਹਦੀ ਹੈਲਥ ਠੀਕ ਰਹੂਗੀ, ਮੈਂਟਲੀ ਆਪੇ ਠੀਕ ਹੋਏਗਾ ਔਰ ਇੱਕ ਚੰਗਾ ਸਿਟੀਜ਼ਨ ਬਣੇਗਾ। ਸਵੇਰੇ ਸ਼ਾਮ ਦਾ ਟਾਈਮ ਦਾ ਉੱਠਣਾ, ਉਹਦਾ ਇੱਕ ਸਪੋਰਟਸਮੈਨ ਬਣਨਾ, ਉਹਦੀ ਡਿਸਿਪਲਿਨ ਆ ਜਾਏਗਾ। ਟਾਈਮ 'ਤੇ ਸੌਣਾ ਆ, ਟਾਈਮ 'ਤੇ ਉੱਠਣਾ, ਟਾਈਮ 'ਤੇ ਖਾਣਾ। ਸੋ ਹਰ ਚੀਜ਼ ਦੇ ਵਿੱਚ ਉਹ ਆ ਜਾਏਗਾ। ਸੋ ਦਰਸ਼ਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਇੱਕ ਚੰਗੇ ਸਿਟੀਜ਼ਨ ਬਣੋ, ਜੈਸੇ ਕਿਸੇ ਫੀਲਡ ਵਿੱਚ ਕੰਮ ਕਰਕੇ ਬਣੋ, ਲੇਕਿਨ ਤੁਹਾਡਾ ਕਿਉਂਕਿ ਇਸ ਦੁਨੀਆ ਤੋਂ ਜਾਣਾ ਹਰ ਇੱਕ ਨਹੀਂ, ਲੇਕਿਨ ਉਹ ਆਪਣੀ ਇੱਕ ਹਿਸਟਰੀ ਬਣਾ ਕੇ ਜਾਓ, ਕ੍ਰੀਏਟ ਕਰਕੇ ਜਾਓ ਕਿ ਮੈਂ ਇਹ ਕਰਕੇ ਚੱਲਿਆ, ਜਾਂ ਤੁਹਾਨੂੰ ਆਉਣ ਵਾਲਾ ਜ਼ਮਾਨਾ ਵੀ ਯਾਦ ਕਰੇ। So potential authors, you have to be strong minded, don't be weak minded। मतलब कि नहीं होगा मेरे से, मैं नहीं कर पाऊंगा, वो नहीं सोचना। Back yourself, practice a lot, practice makes perfect। If you practice writing short pieces, then you will become an author one day of a book। Plus कई लोग collection of poems, collection of short stories भी करते हैं, वो भी that is one way to become an author, which is fine। Thirdly, never hold back। You felt like writing something but you didn't have time, you got busy watching a movie, उसको जाके लिख लो उस टाइम। Lastly, I think writing is also therapy। If you write even one page, you unburden yourself। So write for that, and if you write a book, it is joyful। I often say that I have a baby in my hands when a book comes। ਦੋ ਤਿੰਨ ਗੱਲਾਂ ਵੱਲ ਨੌਜਵਾਨ ਪੀੜ੍ਹੀ ਨੂੰ ਧਿਆਨ ਦੇਣ ਦੀ ਲੋੜ ਹੈ। ਇੱਕ ਤਾਂ ਜਿਵੇਂ ਹੁਣੇ ਗੱਲ ਹੋ ਰਹੀ ਸੀ ਕਿ ਆਪਣਾ ਉਦੇਸ਼, ਲਕਸ਼, ਇਹ ਸਾਨੂੰ ਤੈਅ ਕਰਨ ਦੀ ਲੋੜ ਹੈ ਕਿ ਅਸੀਂ ਜਾਣਾ ਕਿਸ ਪਾਸੇ ਹੈ, ਔਰ ਉਹਦੇ ਸਾਨੂੰ ਆਪਣੇ ਅੰਦਰ ਤਲਾਸ਼ ਕਰਨਾ ਪਏਗਾ ਕਿ ਉਹ ਅੰਦਰ ਹੀ ਹੈ ਤੁਹਾਡੇ ਉਹ ਜੋਤ ਕਿ ਮੈਂ ਇਸ ਰਸਤੇ 'ਤੇ ਚੱਲ ਕੇ ਸਫਲ ਹੋ ਸਕਦਾ। ਜੇ ਇਸ ਲਕਸ਼ ਦੀ ਪ੍ਰਾਪਤੀ ਦਾ ਸਾਨੂੰ ਚਾਨਣ ਹੋ ਜਾਏ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਦੂਜਾ ਜਿਹੜਾ ਮੈਂ ਸੋਚਣਾ ਕਿ ਪ੍ਰਤੀਬੱਧਤਾ, ਕਮਿਟਮੈਂਟ ਉਸ ਤੁਹਾਡੇ ਪ੍ਰੋਫੈਸ਼ਨ ਦੇ ਪ੍ਰਤੀ ਜਾਂ ਸ਼ੌਕ ਦੇ ਪ੍ਰਤੀ ਜਾਂ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਜੇ, ਕਮਿਟਮੈਂਟ ਬਹੁਤ ਜ਼ਰੂਰੀ ਹੈ, ਪ੍ਰਤੀਬੱਧਤਾ ਬੜੀ ਜ਼ਰੂਰੀ ਹੈ। ਔਰ ਤੀਸਰਾ ਮੰਤਰ ਇਹ ਹੈ ਕਿ ਮਰਿਆਦਾ 'ਚ ਰਹਿਣਾ ਤੇ ਅਨੁਸ਼ਾਸਨ ਦਾ ਪਾਲਣ ਕਰਨਾ। ਅੱਜ ਅਸੀਂ ਇਹ ਜਿਹੜੀਆਂ ਕਦਰਾਂ ਕੀਮਤਾਂ ਨਾ, ਇਹ ਅਸੀਂ ਗਵਾ ਲਈਆਂ ਨੇ। ਇਸੇ ਕਰਕੇ ਕਈ ਵਾਰੀ ਪੰਜਾਬ ਦੀ ਤਰਾਸਦੀ ਤੋਂ ਡਰ ਲੱਗਦਾ ਹੈ। ਜੇ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਨੇ ਬੜਾ ਸਿੱਧੀ ਗੱਲ ਕਹੀ ਸੀ, ਕਿਰਤ ਕਰੋ, ਮਿਹਨਤ, ਹੱਡ ਭੰਨਵੀਂ ਮਿਹਨਤ, ਤੇ ਫਿਰ ਉਹਦੇ ਨਾਲ ਜਿਹੜੀ ਕਮਾਈ ਕਰਨੀ ਹੈ ਉਹ ਵੰਡ ਛਕਣਾ ਹੈ। ਫਿਰ ਸਾਡਾ ਪੜੋਸੀ ਸਾਡਾ ਭਰਾ ਹੈ, ਫਿਰ ਸਮਾਜ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ। ਤੇ ਫਿਰ ਉਹਨਾਂ ਨੇ ਜਿਹੜਾ ਅਸਲ ਸੰਦੇਸ਼ ਦਿੱਤਾ ਸੀ ਉਹ ਸੀ ਨਾਮ ਜਪਣਾ। ਨਾਮ ਜਪਣ ਦਾ ਮਤਲਬ ਹੈ ਨੈਤਿਕ ਕਦਰਾਂ ਕੀਮਤਾਂ ਨੂੰ ਅਪਣਾਉਣਾ, ਸੇਵਾ, ਤਿਆਗ, ਭਾਈਚਾਰਾ ਦੇ ਪ੍ਰਤੀ ਜਾਗਰੂਕ ਹੋਣਾ। ਤੇ ਅੱਜ ਮੈਂ ਮੈਡਮ ਨਾਲ ਗੱਲ ਕਰ ਰਿਹਾ ਸੀ ਕਿ ਜਿਹੜੇ ਅੰਡਰ ਡਿਵੈਲਪ ਕੰਟਰੀਜ਼ ਨੇ ਨਾ, ਉਹ ਵੀ ਹੁਣ ਇਸ ਸਿੱਟੇ 'ਤੇ ਪਹੁੰਚ ਗਏ ਨੇ ਕਿ ਜੇ ਅਸੀਂ ਕਿਰਤ ਕਰਾਂਗੇ, ਜੇ ਅਸੀਂ ਇੱਕ ਅਨੁਸ਼ਾਸਨ 'ਚ ਰਵਾਂਗੇ, ਵੰਡ ਛਕਾਂਗੇ, ਤਾਂ ਫਿਰ ਦੁਨੀਆ ਦੇ ਵੱਡੇ ਵੱਡੇ ਅਰਥਸ਼ਾਸਤਰੀ ਕਹਿੰਦੇ ਨੇ ਕਿ ਵਿਕਾਸ ਕਰ ਰਹੇ ਦੇਸ਼ਾਂ ਦਾ ਭਲਾ ਇਸੇ ਗੱਲ 'ਚ ਹੈ। ਤੇ ਅੱਜ ਮੈਨੂੰ ਜਾਪਦਾ ਹੈ ਕਿ ਸਾਡਾ ਭਲਾ ਵੀ ਇਸੇ ਗੱਲ 'ਚ ਹੈ ਕਿ ਅਸੀਂ ਪੰਜਾਬ ਦੇ ਪ੍ਰਤੀ ਸੁਹਿਰਦ ਹੋਈਏ, ਕਿਰਤ ਦੇ ਪ੍ਰਤੀ ਸੁਹਿਰਦ ਹੋਈਏ, ਅਧਿਆਤਮਿਕ ਦਰਸ਼ਨ ਜਿਹੜਾ ਗੁਰੂ ਸਾਹਿਬਾਨ ਨੇ ਦਿੱਤਾ ਹੈ ਉਹਨੂੰ ਜ਼ਿੰਦਗੀ ਦੇ ਅੰਗ ਸੰਗ ਲੈ ਕੇ ਚੱਲੀਏ। ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਚਿੰਤਾ ਮੈਡਮ ਜੀ ਨੇ ਸਾਡੇ ਸਾਹਮਣੇ ਰੱਖੀ ਹੈ ਉਹ ਚਿੰਤਾ ਨਹੀਂ ਰਹੇਗੀ, ਬਲਕਿ ਸਾਡੇ ਚਿੰਤਨ ਦਾ, ਸਾਡੀ ਥਾਟ ਦਾ ਹਿੱਸਾ ਬਣੇਗੀ। ਮੇਰਾ ਤਾਂ ਇਹੋ ਹੀ ਇੱਕ ਸ਼ੁਭ ਕਾਮਨਾਵਾਂ ਨੇ ਤੁਹਾਡੇ ਕੋਲ। My life mantra has been that, I've always given my best to whatever I have taken। I would not do something
just because of the sake of it. मैं सिर्फ कुछ करने के लिए नहीं करती. अगर मुझे करना है तो मुझे उसमें 100% देना है, otherwise मैं नहीं करती. So that is why I tell people, especially the youngsters, that love what you do or do what you love. Because when you love what you do, there is no ceiling of effort. आप उसमें कितनी भी मेहनत कर सकते हैं. उसमें फिर आप घड़ी नहीं देखते हैं कि मुझे इतनी देर हो गई है, मुझे इतना वक्त लग गया, मुझे इतना टाइम के अलावा इतनी एनर्जी लग गई. Because then you enjoy it. When you love what you're doing, then you enjoy it. And I thoroughly enjoyed what I did. And I am enjoying what I'm doing right now as well. So make sure that whatever you're doing, you must enjoy it, achieving the desired success, becoming the better version of yourself. Keep working on yourself. Don't think कि मुझे सब कुछ आता है. Even if you're very good into what you're doing, keep working on yourself, because that is the way to grow. That is the real mantra of growth. How much can you improve yourself?